ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਪ੍ਰੀਤ ਲਗੀ ਤਿਸ ਸੱਚ ਸਿਉ, ਮਰੇ ਨ ਆਵੇ ਜਾਏ। ਨਾ ਵਿਛੋੜਿਆ ਵਿਛੜੇ, ਸਭ ਮੇਰਿਆ ਸਮਾਏ। ਦੀਨ ਦਰਦ ਦੁਖ ਭੰਜਨਾ, ਸੇਵਕ ਕੇ ਸਤ ਪਾਏ। ਅਚਰਜ ਰੂਪ ਨਿਰੰਜਣੋ, ਗੁਰ ਮਿਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰਤੀਤ ਤ੍ਰਿਗ। ਸੁਖੀ ਨ ਦੀਸੇ ਕੋਇ ਰਹਾਓ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ। ਸਖਾ ਸਹਾਈ ਅਤ ਵੱਡਾ, ਉੱਚਾ ਵੱਡਾ ਆਪਾਰ। ਬਾਲਕ ਬਿਰਦ ਨ ਜਾਣੀਏ, ਨੇਚਲ ਤਿਸ ਦਰਬਾਰ। ਜੋ ਮੰਗੀਏ ਸੋ ਪਾਈਏ, ਨੀਧਾਰਾ ਆਧਾਰ। ਜਿਸ ਪੇਖਤ ਕਿਲ ਵਿਖ ਹਰੇ, ਮਨ ਤਨ ਹੋਵੇ ਸ਼ਾਂਤ। ਇਕ ਮਨ ਏਕ ਧਿਆਈਏ, ਮਨ ਕੀ ਲਾਏ ਪ੍ਰਾਂਤ। ਗੁਣ ਨਿਧਾਨ ਨਵ ਤਨ ਸਦਾ, ਪੂਰਨ ਜਾ ਕੀ ਦਾਤ। ਸਦਾ ਸਦਾ ਆਰਾਧੀਏ, ਦਿਨ ਵਿਸਰੇ ਨਾਹੀ ਰਾਤ। ਜਿਨ ਕੋ ਪੂਰਬ ਲਿਖਿਆ, ਤਿਨ ਕਾ ਸਖਾ ਗੋਵਿੰਦ। ਤਨ ਮਨ ਤਨ ਅਰਪੀ ਸਭੋ, ਸਗਲ ਵਾਰੀਏ ਏ ਜਿੰਦ। ਦੇਖੇ ਹੁਣੇ ਸੁਣੇ ਹਦੂਰ ਸਦ, ਘਟ ਘਟ ਬ੍ਰਹਮ ਰਵਿੰਦ। ਅਕਰਤ ਕਣਾ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਦੇਖੇ ਸੁਣੇ ਹਦੂਰ ਸਦ, ਘਟ ਘਟ ਬ੍ਰਹਮ ਰਵਿੰਦ। ਅਕਿਰਤ ਕਣਾ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੀ ਮਾਂ, ਮੇਰੀ ਪ੍ਰੀਤ ਹੁਣ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਨਾ ਕਦੇ ਮਰਦਾ ਹੈ ਅਤੇ ਨਾ ਜੰਮਦਾ ਹੈ ਅਤੇ ਨਾ ਹੀ ਆਵਾਗਮਨ ਵਿੱਚ ਪੈਂਦਾ ਹੈ। ਅਤੇ ਉਹ ਵਿਛੜਦਾ ਵੀ ਨਹੀਂ ਹੈ, ਕਿਉਂਕਿ ਉਹ ਪਰਮਾਤਮਾ ਸਭਨਾਂ ਜੀਆਂ ਵਿੱਚ ਸਮਾਇਆ ਹੋਇਆ ਹੈ। ਅਤੇ ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪਰਮਾਤਮਾ ਆਪਣੇ ਸੇਵਕਾਂ ਪ੍ਰਤੀ ਸਦਭਾਵਨਾ ਰੱਖਦਾ ਹੈ। ਉਸ ਮਾਇਆ ਮੁਕਤ ਪ੍ਰਭੂ ਦਾ ਰੂਪ ਬੜਾ ਵਚਿੱਤਰ ਹੈ। ਅਤੇ ਹੇ ਮਾਂ, ਉਸ ਪਰਮਾਤਮਾ ਨੇ ਮੈਨੂੰ ਮੇਰੇ ਗੁਰੂ ਨਾਲ ਮਿਲਾ ਦਿੱਤਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਵੀ ਉਸੇ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈ। ਮਾਇਆ ਦਾ ਮੋਹ, ਮਾਇਆ ਦੀ ਪ੍ਰੀਤ ਤਾਂ ਫਿਟਕਾਰਯੋਗ ਹੈ ਅਤੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕੋਈ ਵੀ ਵਿਅਕਤੀ ਸੁਖੀ ਨਹੀਂ ਦਿਸਦਾ। ਹੇ ਭਾਈ, ਉਹ ਪਰਮਾਤਮਾ ਸਭਨਾਂ ਦੇ ਦਿਲਾਂ ਨੂੰ ਜਾਣਨ ਵਾਲਾ ਹੈ। ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਪਰਮਾਤਮਾ ਸ਼ਾਂਤ ਸੁਭਾਅ ਵਾਲਾ, ਨਿਰਮਲ ਅਤੇ ਅਪਾਰ ਸੁੰਦਰ ਰੂਪ ਵਾਲਾ ਹੈ। ਉਹੀ ਸਭ ਤੋਂ ਵੱਡਾ ਮਿੱਤਰ ਹੈ ਤੇ ਸਹਾਇਤਾ ਕਰਨ ਵਾਲਾ ਹੈ ਅਤੇ ਬਹੁਤ ਵੱਡਾ ਹੈ, ਉੱਚਾ ਤੇ ਬੇਅੰਤ ਸਰੂਪ ਵਾਲਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਨਾ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾ ਉਹ ਕਦੇ ਬੁੱਢਾ ਹੈ। ਭਾਵ ਜੀਵਾਂ ਵਾਂਗ ਉਸਦੀ ਅਵਸਥਾ ਵੱਧਦੀ ਘਟਦੀ ਨਹੀਂ ਹੈ। ਉਹ ਪ੍ਰਭੂ ਦਾ ਦਰਬਾਰ ਅਟੱਲ ਅਤੇ ਸਥਿਰ ਹੈ।
ਉਸ ਪਰਮਾਤਮਾ ਦੇ ਦਰ ਤੋਂ ਜੋ ਕੁਝ ਮੰਗੀਦਾ ਹੈ ਉਹ ਹੀ ਮਿਲ ਜਾਂਦਾ ਹੈ ਅਤੇ ਉਹ ਨਿਆਸਿਆਂ ਦਾ ਆਸਰਾ ਹੈ ਅਤੇ ਉਸ ਪਰਮਾਤਮਾ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਮਨ ਅਤੇ ਤਨ ਸ਼ਾਂਤ ਹੋ ਜਾਂਦੇ ਹਨ। ਉਸ ਇੱਕ ਨੂੰ ਮਨ ਦੇ ਭਰਮਾਂ ਨੂੰ ਦੂਰ ਕਰਕੇ ਸਿਮਰਨ ਕਰਨਾ ਚਾਹੀਦਾ ਹੈ। ਫਿਰ ਕਹਿੰਦੇ ਹਨ, ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ ਦਾਤਾਂ ਦੇਣ ਵਿੱਚ ਸਦਾ ਨਵਾਂ ਰਹਿੰਦਾ ਹੈ, ਭਾਵ ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ ਹੈ ਤੇ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਉਸ ਦੀ ਦਾਤ ਹਰ ਪੱਖੋਂ ਪੂਰੀ ਹੁੰਦੀ ਹੈ। ਉਸ ਨੂੰ ਹਮੇਸ਼ਾ ਸਲਾਹੁਣਾ ਚਾਹੀਦਾ ਹੈ। ਉਸ ਨੂੰ ਦਿਨ ਰਾਤ ਸਦਾ ਹੀ ਸਿਮਰਨਾ ਚਾਹੀਦਾ ਹੈ ਅਤੇ ਨਾ ਦਿਨੇ ਨਾ ਰਾਤ ਨੂੰ ਕਦੇ ਵੀ ਉਸ ਨੂੰ ਨਹੀਂ ਭੁਲਾਉਣਾ ਚਾਹੀਦਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਜਿਨ੍ਹਾਂ ਬੰਦਿਆਂ ਦੇ ਮੱਥੇ ਉੱਤੇ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦਾ ਲੇਖ ਉਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਆਪ ਹੁੰਦਾ ਹੈ। ਉਸ ਪ੍ਰਭੂ ਸਾਧਕਾਂ ਨੂੰ ਤਨ, ਮਨ ਅਤੇ ਧਨ ਸਭ ਕੁਝ ਅਰਪਿਤ ਕਰਨਾ ਚਾਹੀਦਾ ਹੈ ਅਤੇ ਇੱਥੋਂ ਤੱਕ ਕਿ ਇਹ ਸਾਰੀ ਜਿੰਦ ਵੀ ਵਾਰ ਦੇਣੀ ਚਾਹੀਦੀ ਹੈ ਅਤੇ ਉਹ ਪਰਮਾਤਮਾ ਅੰਗ ਸੰਗ ਰਹਿ ਕੇ ਹਰ ਇੱਕ ਜੀਵ ਵਿੱਚ ਰਮਣ ਕਰ ਰਿਹਾ ਹੈ ਅਤੇ ਉਹ ਹਮੇਸ਼ਾ ਵੇਖਦਾ ਤੇ ਸੁਣਦਾ ਹੈ ਅਤੇ ਸਭ ਥਾਂ ਹਾਜ਼ਰ ਨਾਜ਼ਰ ਹੈ। ਉਹ ਪ੍ਰਭੂ ਪਰਮਾਤਮਾ ਅਕਿਰਤ ਘਰਾਂ ਨੂੰ ਵੀ ਪਾਲਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਪਰਮਾਤਮਾ ਹਮੇਸ਼ਾ ਬਖਸ਼ਣ ਵਾਲਾ ਬਖਸ਼ਣਹਾਰ ਵੀ ਹੈ। ਗੁਰੂ ਜੀ ਆਖਦੇ ਹਨ, ਮੇਰੀ ਪ੍ਰੀਤ ਉਸ ਸੱਚੇ ਨਾਲ ਲੱਗ ਗਈ ਹੈ। ਪ੍ਰੀਤ ਲੱਗੀ ਸਿਉ ਤਿਸ ਸੱਚ ਸਿਉ, ਮਰੇ ਨ ਆਵੇ ਜਾਏ, ਕਿਉਂਕਿ ਉਹ ਸੱਚਾ ਆਵਾਗਮਨ ਤੋਂ ਰਹਿਤ ਹੈ। ਮੈਂ ਵੀ ਉਸ ਦੀ ਪ੍ਰੀਤ ਰਾਹੀਂ ਉਸ ਗੇੜ ਤੋਂ ਛੁੱਟ ਗਿਆ ਹਾਂ। ਅੱਗੇ ਗੁਰੂ ਜੀ ਉਸ ਸੱਚੇ ਦਾ ਵਿਸ਼ਾਲਤਾ ਰਹਿਤ ਕਰਦਿਆਂ ਹੋਇਆਂ ਆਖਦੇ ਹਨ, ਉਹ ਦੀਨ ਦੁਖ ਭੰਜਨ ਵਾਲਾ ਹੈ, ਦੀਨ ਦੁੱਖ ਭੰਜਨ ਵਾਲਾ ਹੈ, ਭਾਵ ਜੋ ਆਪਣੇ ਮੂਲ ਤੋਂ ਟੁੱਟੇ ਹੋਏ ਹੋਣ ਕਰਕੇ ਦੁੱਖ ਵਿੱਚ ਹਨ, ਉਹਨਾਂ ਦਾ ਦੁੱਖ ਦੂਰ ਕਰਨ ਵਾਲਾ ਹੈ। ਉਸ ਦਾ ਰੂਪ ਅਚਰਜ ਰੂਪ ਨਿਰੰਜਨੋ, ਅਰਥਾਤ ਉਹ ਹੈਰਾਨ ਕਰ ਦੇਣ ਵਾਲਾ ਹੈ, ਪਰ ਮਾਇਆ ਰਹਿਤ, ਭਾਵ ਪਦਾਰਥ ਨਹੀਂ ਹੈ। ਗੁਰੂ ਜੀ ਆਖਦੇ ਹਨ ਕਿ ਐਸੇ ਅਚਰਜ ਕਰ ਦੇਣ ਵਾਲੇ ਸੱਚ ਨਾਲ ਜੋੜ ਦਿੱਤਾ ਹੈ। ਗੁਰੂ ਮਿਲਾਇਆ ਮਾਏ, ਪਰਮਾਤਮਾ ਸਰਬ ਸਮਰੱਥ ਸਥਾਈ ਸਤਾ ਹੈ। ਉਹ ਸਭ ਦੀ ਪਾਲਣਾ ਅਤੇ ਸਹਾਇਤਾ ਕਰਦਾ ਹੈ। ਉਹ ਬਹੁਤ ਸਿਆਣਾ, ਸ਼ਾਂਤ ਅਤੇ ਨਿਰਮਲ ਹੈ। ਉਸ ਪਰਮਾਤਮਾ ਪਾਸੋਂ ਮਨੁੱਖ ਜੋ ਕੁਝ ਮੰਗਦਾ ਹੈ ਪ੍ਰਾਪਤ ਕਰ ਲੈਂਦਾ ਹੈ। ਮਨ ਦੇ ਭਰਮਾਂ ਨੂੰ ਦੂਰ ਕਰਕੇ ਉਸ ਦੀ ਉਪਾਸਨਾ ਕਰਨੀ ਚਾਹੀਦੀ ਹੈ ਅਤੇ ਦਿਨ ਰਾਤ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਇਸ ਕਰਕੇ ਗੁਰੂ ਜੀ ਸਾਨੂੰ
ਆਦੇਸ਼ ਕਰਦੇ ਹਨ ਕਿ ਐਸੇ ਸੱਚ ਨਾਲ ਮਿੱਤਰਤਾ ਬਣਾਓ। ਭਾਈ ਰੇ, ਉਮੀਦ ਕਰੋ ਪ੍ਰਭ ਸੋਏ। ਪ੍ਰਭ ਨੂੰ ਮਿਲਣ ਵਾਸਤੇ ਆਪਣੇ ਆਪ ਨੂੰ ਸਤਿਗੁਰੂ ਅੱਗੇ ਸਮਰਪਣ ਕਰੋ, ਭਾਵ ਆਪਣਾ ਆਪ ਸੌਂਪ ਦਿਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।